ਸਤਿ ਸ਼੍ਰੀ ਅਕਾਲ ਸਟੂਡੈਂਟਸ, ਮੈਂ ਮਨੀ ਨਾਰਾਇਣ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਸਵਾਮੀ ਸਤਿਆਨੰਦ ਅਕੈਡਮੀ ਦੇ ਇਸ ਔਨਲਾਈਨ ਪਲੇਟਫਾਰਮ 'ਤੇ। ਸੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਇੱਕ ਨਿਊ ਬੈਚ ਸਟਾਰਟ ਕੀਤਾ ਹੈ ਲੈਕਚਰਰ ਕੈਡਰ ਅਤੇ ਮਾਸਟਰ ਕੈਡਰ ਲਈ। ਹਿਸਟਰੀ ਦਾ ਇੱਕ ਪਾਰਟ ਏਂਸ਼ੀਐਂਟ ਹਿਸਟਰੀ, ਜਿਸ ਦੇ ਵਿੱਚ ਆਪਣਾ ਫਸਟ ਟੌਪਿਕ ਸਟੋਨ ਏਜ ਅਤੇ ਇੰਡਸ ਵੈਲੀ ਸਿਵਲਾਈਜੇਸ਼ਨ ਚੱਲ ਰਿਹਾ। ਸਟੋਨ ਏਜ ਕੰਪਲੀਟ ਹੋਇਆ, ਇੰਡਸ ਵੈਲੀ ਸਿਵਲਾਈਜੇਸ਼ਨ ਆਪਾਂ ਕਰ ਰਹੇ ਹਾਂ। ਸਿੰਧੂ ਘਾਟੀ ਸੱਭਿਅਤਾ ਦਾ ਜੋ ਫਸਟ ਲੈਕਚਰ ਜੋ ਅਪਲੋਡ ਹੋਇਆ, ਉਸ ਦੇ ਵਿੱਚ ਅਸੀਂ ਜ਼ਿਆਦਾਤਰ ਜੋ ਮੇਨ ਪੁਆਇੰਟ ਸਾਰੇ ਫੈਕਟਸ ਜਿਹੜੇ ਸੀਗੇ, ਜਿਵੇਂ ਕਿ ਖੋਜ, ਉਸ ਤੋਂ ਬਾਅਦ ਉਹਦੇ ਮੁੱਖ ਕੇਂਦਰ, ਇਹਨਾਂ ਉੱਤੇ ਆਪਾਂ ਪੂਰਾ ਡਿਸਕਸ਼ਨ ਕਰ ਲਈ ਹੈ। ਠੀਕ ਹੈ, ਪੂਰੀ ਡਿਟੇਲ ਸਟੱਡੀ ਕੀਤੀ ਹੈ, ਪੂਰੀ ਥਿਊਰੀ ਕਰ ਰਹੇ ਹਾਂ, ਜਸਟ ਫੈਕਟਸ ਨਹੀਂ ਕਰ ਰਹੇ। ਪਲੱਸ ਉਸ ਤੋਂ ਇਲਾਵਾ ਇੱਕ ਗੱਲ ਹੋਰ ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ, ਉਹ ਇਹ ਹੈ ਕਿ ਜੋ ਸਟੂਡੈਂਟਸ ਜੋ ਹੈ ਆਫਲਾਈਨ ਔਨਲਾਈਨ ਮਤਲਬ ਫੀਸਾਂ ਨਹੀਂ ਭਰ ਸਕਦੇ, ਤਾਂ ਪਲੀਜ਼ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ, ਕਿਉਂਕਿ ਪੂਰਾ ਸਿਲੇਬਸ ਜਿਹੜਾ ਹੈ ਬਿਲਕੁਲ ਕਰਵਾਇਆ ਜਾਏਗਾ ਔਰ ਪੂਰਾ ਹਿਸਟਰੀ ਦੇ ਹਰ ਪਾਰਟ, ਮੈਡੀਵਲ, ਮਾਡਰਨ, ਏਂਸ਼ੀਐਂਟ, ਸਾਰੇ ਪਾਰਟਸ ਕਰਵਾਏ ਜਾਣਗੇ। ਠੀਕ ਹੈ, ਉਹ ਵੀ ਸਾਰੀ ਡਿਟੇਲ ਸਟੱਡੀ ਕਰਾਈ ਜਾਏਗੀ, MCQs ਪ੍ਰੈਕਟਿਸ ਹੋਏਗੀ। ਸੋ ਸਟਾਰਟ ਕਰਦੇ ਆਪਾਂ ਅੱਜ ਦੇ ਟੌਪਿਕ ਨੂੰ। ਤਾਂ ਸਿੰਧੂ ਘਾਟੀ ਸੱਭਿਅਤਾ ਜਿਹੜਾ ਹੈ ਉਸਦੇ ਅੱਗੇ ਕੰਟੀਨਿਊ ਕਰਨਾ ਹੈ, ਤਾਂ ਸਟਾਰਟ ਕਰਦੇ ਹਾਂ। ਜੋ ਅਸੀਂ ਅੱਜ ਗੱਲ ਕਰਨੀ ਹੈ ਸਿੰਧੂ ਘਾਟੀ ਸੱਭਿਅਤਾ ਦੇ ਸਮਾਜਿਕ ਅਤੇ ਸੰਸਕ੍ਰਿਤਿਕ ਜੀਵਨ ਦੀ। ਠੀਕ ਹੈ ਜੀ, ਸਮਾਜਿਕ ਅਤੇ ਸੰਸਕ੍ਰਿਤਿਕ ਜੀਵਨ। ਤਾਂ ਕੀ ਕਹਿੰਦੇ ਹੈ ਕਿ ਸਿੰਧੂ ਲੋਕਾਂ ਦੀ ਨਗਰ ਯੋਜਨਾ ਅਤੇ ਉਹਨਾਂ ਦੇ ਮਕਾਨ ਦੀ ਬਣਤਰ ਤੋਂ ਉਹਨਾਂ ਦੇ ਉੱਚ ਕੋਟੀ ਦੇ ਸਮਾਜਿਕ ਜੀਵਨ ਦਾ ਗਿਆਨ ਮਿਲਦਾ ਹੈ। ਉਹ ਬੜੇ ਸਫਾਈ ਪਸੰਦ ਲੋਕ ਸਨ ਅਤੇ ਵਿਕਸਿਤ ਸ਼ਹਿਰੀ ਜੀਵਨ ਬਤੀਤ ਕਰਦੇ ਸਨ। ਸਮਕਾਲੀਨ ਮਿਸਰ ਅਤੇ ਬੇਬੀਲੋਨ ਦੀ ਸੱਭਿਅਤਾਵਾਂ ਦੇ ਲੋਕਾਂ ਦੇ ਮੁਕਾਬਲੇ ਵਿੱਚ ਸਿੰਧੂ ਲੋਕਾਂ ਦਾ ਰਹਿਣ ਸਹਿਣ ਜ਼ਿਆਦਾ ਵਿਕਸਿਤ ਸੀ। ਇਸ ਫੈਕਟਸ ਤੋਂ, ਇਸ ਸਲਾਈਡ ਤੋਂ ਸਾਨੂੰ ਕੀ ਸਮਝ ਆਉਂਦਾ ਹੈ ਕਿ ਜਿਹੜੇ ਸਿੰਧੂ ਘਾਟੀ ਸੱਭਿਅਤਾ ਦੇ ਜਿਹੜੇ ਇੱਕ ਨਗਰੀਆ ਸੱਭਿਅਤਾ ਸੀ, ਪਲੱਸ ਉਸ ਤੋਂ ਇਲਾਵਾ ਇਹ ਇੱਧਰ ਦੇ ਜਿਹੜੇ ਲੋਕ ਸਨ ਉਹ ਸਫਾਈ ਪਸੰਦ ਲੋਕ ਸਨ। ਅਤੇ ਇਸ ਤੋਂ ਇਲਾਵਾ ਇੱਕ ਕੁਐਸਚਨ ਹੋਰ ਬਣੇਗਾ ਕਿ ਸਿੰਧੂ ਘਾਟੀ ਸੱਭਿਅਤਾ ਦੇ ਸਮਕਾਲੀਨ ਸੱਭਿਅਤਾ ਕਿਹੜੀਆਂ ਹੋਈਆਂ ਨੇ, ਉਹ ਮੈਂ ਤੁਹਾਨੂੰ ਹੁਣੇ ਦੱਸਿਆ, ਮਿਸਰ ਅਤੇ ਬੇਬੀਲੋਨ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਹੁਣ ਆਪਾਂ ਪੜ੍ਹਨਾ ਆਪਣਾ ਨੈਕਸਟ ਪੁਆਇੰਟ, ਜੋ ਕਿ ਹੈ ਭੋਜਨ। ਤਾਂ ਭੋਜਨ ਕੀ ਹੈ, ਕਹਿੰਦੇ ਸਿੰਧੂ ਵਾਸੀ ਸ਼ਹਿਰ ਜਿਹੜੇ ਸੀਗੇ ਉਹ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਕਰਦੇ ਸਨ। ਉਹ ਜ਼ਿਆਦਾ ਅਨਾਜ, ਜੌਂ, ਦੁੱਧ, ਦਹੀਂ, ਮੱਖਣ, ਗੇਹੂੰ, ਚਾਵਲ, ਖਜੂਰ, ਅਨਾਰ, ਨਾਰੀਅਲ, ਤਰਬੂਜ ਦੀ ਵਰਤੋਂ ਕਰਦੇ ਸਨ। ਉਹ ਭੇਡਾਂ, ਮੁਰਗੇ, ਸੂਅਰ ਅਤੇ ਬੈਲ ਆਦਿ ਦਾ ਮਾਸ ਅਤੇ ਮੱਛੀ ਵੀ ਖਾਂਦੇ ਸਨ। ਕਈ ਥਾਵਾਂ 'ਤੇ ਮਸਾਲੇ ਕਹਿੰਦੇ ਨੇ ਪਿਸਣ ਵਾਲੇ ਸਿਲਵੱਟੇ ਵੀ ਮਿਲੇ ਹਨ। ਤਾਂ ਇਸ ਕਰਕੇ ਅਸੀਂ ਕੀ ਕਹਿ ਸਕਦੇ ਹਾਂ ਕਿ ਜੋ ਸਿੰਧੂ ਘਾਟੀ ਦੇ ਜਿਹੜੇ ਲੋਕ ਸਨ ਉਹ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਪ੍ਰਕਾਰ ਦੇ ਸਨ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਪੁਆਇੰਟ ਰਿਹਾ ਹੈ ਉਹ ਹੈ ਪਹਿਰਾਵਾ। ਤਾਂ ਕਹਿੰਦੇ ਖੁਦਾਈ ਤੋਂ ਪ੍ਰਾਪਤ ਮੂਰਤੀਆਂ, ਮੋਹਰਾਂ ਅਤੇ ਤਕਲੀਆਂ ਆਦਿ ਤੋਂ ਸਾਨੂੰ ਸਿੰਧੂ ਲੋਕਾਂ ਦੇ ਪਹਿਰਾਵੇ ਬਾਰੇ ਜਾਣਕਾਰੀ ਮਿਲਦੀ ਹੈ। ਉਹ ਸੂਤੀ, ਰੇਸ਼ਮੀ, ਉੱਨੀ ਕੱਪੜਿਆਂ ਦੀ ਵਰਤੋਂ ਕਰਦੇ ਸਨ। ਮਰਦ ਸਰੀਰ ਦੇ ਹੇਠਲੇ ਹਿੱਸਿਆਂ ਨੂੰ ਢੱਕਣ ਲਈ ਧੋਤੀ ਅਤੇ ਉੱਪਰੀ ਹਿੱਸੇ ਨੂੰ ਢੱਕਣ ਵਾਸਤੇ ਚਾਦਰ ਦੀ ਵਰਤੋਂ ਕਰਦੇ ਸਨ। ਉਹ ਕੱਪੜਿਆਂ ਦੀ ਸਿਲਾਈ ਕਰਦੇ ਸਨ। ਅਜਿਹਾ ਸੰਕੇਤ ਕਈ ਥਾਵਾਂ ਤੋਂ, ਜਿਵੇਂ ਸੂਈਆਂ ਮਿਲਣ ਤੋਂ ਹੋਇਆ ਹੈ। ਉਹਨਾਂ ਲੋਕਾਂ ਦੇ ਪਹਿਰਾਵੇ ਦਾ ਗਿਆਨ ਸਾਨੂੰ ਅਨੇਕ ਥਾਵਾਂ ਤੋਂ ਪ੍ਰਾਪਤ ਮੂਰਤੀਆਂ ਅਤੇ ਮੋਹਰਾਂ ਤੋਂ ਮਿਲਦਾ ਹੈ। ਤਾਂ ਇਹ ਸੀ ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਦਾ ਪਹਿਰਾਵਾ। ਅਤੇ ਕੱਪੜੇ ਕਿੱਦਾਂ ਦੇ? ਸੂਤੀ, ਰੇਸ਼ਮੀ, ਉੱਨੀ ਕੱਪੜੇ ਹੁੰਦੇ ਸਨ। ਠੀਕ ਹੈ। ਤਾਂ ਜਿਹੜੇ ਮਰਦ ਸੀ ਉਹ ਸਰੀਰ ਨੂੰ ਹੇਠਲਿਆਂ ਹਿੱਸਿਆਂ ਨੂੰ ਢੱਕਣ ਲਈ ਕਹਿੰਦੇ ਧੋਤੀ ਅਤੇ ਉੱਪਰੀ ਹਿੱਸੇ ਨੂੰ ਢੱਕਣ ਵਾਸਤੇ ਚਾਦਰ ਦੀ ਵਰਤੋਂ ਕਰਦੇ ਸਨ। ਠੀਕ ਹੈ। ਇਹ ਸਾਨੂੰ ਕਿੱਥੋਂ ਪਤਾ ਲੱਗਦਾ ਹੈ? ਇਹ ਸਾਨੂੰ ਮੂਰਤੀਆਂ ਅਤੇ ਮੋਹਰਾਂ ਤੋਂ ਵੀ ਪਤਾ ਲੱਗਦਾ ਹੈ। ਇਹਨਾਂ ਬਾਰੇ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਤੋਂ ਬਾਅਦ ਸਾਡਾ ਨੈਕਸਟ ਪੁਆਇੰਟ ਉਹ ਹੈ ਗਹਿਣੇ। ਕਹਿੰਦੇ ਔਰਤਾਂ ਅਤੇ ਮਰਦਾਂ ਦੇ ਗਹਿਣਿਆਂ ਤੋਂ ਆਪਣੇ ਆਪ ਨੂੰ ਸਜਾਉਣ ਦੀ ਬਹੁਤ ਇੱਛਾ ਹੁੰਦੀ ਸੀ। ਉਹ ਮਤਲਬ ਪੁਰਸ਼ ਵੀ, ਔਰਤ ਵੀ ਅਤੇ ਮਰਦ ਦੋਵੇਂ ਹੀ ਗਹਿਣੇ ਪਾਉਂਦੇ ਸੀ। ਗਹਿਣਿਆਂ ਵਿੱਚ ਜਿਵੇਂ ਹਾਰ, ਬਾਜੂਬੰਦ, ਪੰਜੇਬਾਂ, ਗੁੱਠੀਆਂ ਆਦਿ ਦਾ ਰਿਵਾਜ਼ ਸੀ। ਇਹ ਗਹਿਣੇ ਜਿਹੜੇ ਹੁੰਦੇ ਆ ਉਹ ਕਿੱਦਾਂ ਹੁੰਦੇ ਸੀ? ਸੋਨੇ, ਚਾਂਦੀ ਅਤੇ ਤਾਂਬੇ
ਦੇ ਕੀਮਤੀ ਧਾਤੂਆਂ, ਕੀਮਤੀ ਪੱਥਰਾਂ ਅਤੇ ਹਾਥੀ ਦੰਦ ਦੇ ਬਣੇ ਹੁੰਦੇ ਸਨ। ਕੀਮਤੀ ਧਾਤੂ, ਕੀਮਤੀ ਪੱਥਰ ਅਤੇ ਹਾਥੀ ਦੰਦ ਦੇ ਬਣੇ ਹੁੰਦੇ ਸਨ। ਠੀਕ ਹੈ ਜੀ। ਦੈਨ ਇਸ ਤੋਂ ਬਾਅਦ ਸਾਡਾ ਨੈਕਸਟ ਪੁਆਇੰਟ ਰਹਿੰਦਾ ਹੈ ਸ਼ਿੰਗਾਰ। ਸ਼ਿੰਗਾਰ ਕਹਿੰਦੇ ਸਿੰਧੂ ਘਾਟੀ ਸੱਭਿਅਤਾ ਦੇ ਜਿਹੜੇ ਲੋਕ ਸਨ, ਲੋਕਾਂ ਨੂੰ ਸੱਜਣ ਸਵਰਨ ਦਾ ਬੜਾ ਸ਼ੌਂਕ ਸੀ। ਮਰਦ ਕਈ ਤਰ੍ਹਾਂ ਦੀ ਦਾੜ੍ਹੀ ਮੁੱਛਾਂ ਰੱਖਦੇ ਸਨ। ਔਰਤਾਂ ਕਈ ਤਰ੍ਹਾਂ ਨਾਲ ਬਾਲ ਸੰਵਾਰਦੀਆਂ ਸਨ ਅਤੇ ਚੋਟੀ ਅਤੇ ਜੂੜਾ ਕਰਦੀਆਂ ਸਨ। ਕਹਿੰਦੇ ਸ਼ਿੰਗਾਰ ਵਾਸਤੇ ਉਹ ਪਾਊਡਰ, ਲਿਪਸਟਿਕ, ਸਿੰਦੂਰ, ਧਾਤੂ ਦੇ ਬਣੇ ਸ਼ੀਸ਼ੇ ਦੀ ਵਰਤੋਂ ਕਰਦੇ ਸਨ। ਕਈ ਥਾਵਾਂ ਤੋਂ ਸ਼ਿੰਗਾਰਦਾਨ ਅਤੇ ਹਾਥੀ ਦੰਦ ਦੀ ਬਣੀ ਹੋਈ ਕਈ ਕੰਘੀਆਂ ਵੀ ਮਿਲਦੀਆਂ ਹਨ। ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਪੁਆਇੰਟ ਸਾਡਾ ਰਹਿੰਦਾ ਹੈ ਉਹ ਹੈ ਆਮੋਦ ਪ੍ਰਮੋਦ। ਆਮੋਦ ਪ੍ਰਮੋਦ ਯਾਨੀ ਕਿ ਮਨੋਰੰਜਨ। ਠੀਕ ਹੈ। ਤਾਂ ਕਹਿੰਦੇ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਮਨੋਰੰਜਨ ਲਈ ਨਾਚ, ਗੀਤ, ਸੰਗੀਤ, ਜੂਆ ਖੇਡਣਾ, ਸ਼ਿਕਾਰ ਕਰਨਾ, ਪਸ਼ੂ ਪੰਛੀਆਂ ਦੇ ਯੁੱਧ ਆਦਿ ਦਾ ਸਹਾਰਾ ਲੈਂਦੇ ਸਨ। ਨਾਚ ਕਰਦੀ ਹੋਈ ਔਰਤਾਂ ਦੀ ਇੱਕ ਸੁੰਦਰ ਮੂਰਤੀ ਵੀ ਮਿਲੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸਾਨੂੰ ਜਿਹੜੀ ਹੜੱਪਾ 'ਚੋਂ ਮਿਲੀ ਹੈ ਉਹ ਇੱਕ ਮਿਲੀ ਹੈ ਲਾਲ ਰੰਗ ਦੀ, ਠੀਕ ਹੈ, ਇੱਕ ਮਿਲੀ ਹੈ ਕਾਲੇ ਰੰਗ ਦੀ, ਠੀਕ ਹੈ, ਪਰ ਇਹ ਪੱਥਰ ਦੀ ਹੈ। ਠੀਕ ਹੈ। ਦੈਨ ਉਸ ਤੋਂ ਇਲਾਵਾ ਜਿਹੜੀ ਮੋਹਨਜੋਦੜੋ ਤੋਂ ਮਿਲੀ ਹੈ, ਪ੍ਰਾਪਤ ਹੋਈ ਹੈ, ਇਹ ਕਾਂਸੇ ਦੀ ਮੂਰਤੀ ਹੈ। ਡਾਂਸਿੰਗ ਗਰਲ ਦੀ ਇੱਕ ਮੋਹਨਜੋਦੜੋ ਵਾਲੀ ਕਾਂਸੇ ਦੀ ਮੂਰਤੀ ਪ੍ਰਾਪਤ ਹੋਈ ਹੈ। ਕਈ ਥਾਵਾਂ ਤੋਂ ਜਿਹੜਾ ਹੈ ਖੜਤਾਲਾਂ ਵੀ ਮਿਲੀਆਂ ਸਨ। ਇਸ ਦੇ ਇਲਾਵਾ ਕਹਿੰਦੇ ਇਸ ਦੇ ਇਲਾਵਾ ਬੱਚਿਆਂ ਦੇ ਮਨੋਰੰਜਨ ਦੇ ਲਈ ਕਈ ਥਾਵਾਂ ਤੋਂ ਮਿੱਟੀ, ਪੱਥਰ, ਤਾਂਬੇ ਆਦਿ ਅਤੇ ਹਾਥੀ ਦੰਦ ਦੇ ਬਣੇ ਹੋਏ ਖਿਡੌਣੇ ਵੀ ਮਿਲੇ ਹਨ। ਤਾਂ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਮਨੋਰੰਜਨ ਕਿੱਦਾਂ ਕਰਦੇ ਸੀ? ਜਿਵੇਂ ਕਿ ਜੂਆ ਖੇਡਣਾ, ਸ਼ਿਕਾਰ ਕਰਨਾ, ਪਸ਼ੂ ਪੰਛੀਆਂ ਦੇ ਯੁੱਧ ਕਰਾਉਣਾ, ਨਾਚ, ਗੀਤ, ਸੰਗੀਤ, ਇੱਦਾਂ ਇਹਨਾਂ ਦੇ ਜਿਹੜੇ ਆ ਮਨੋਰੰਜਨ ਦੇ ਸਾਧਨ ਹੁੰਦੇ ਸਨ। ਇਸ ਤੋਂ ਬਾਅਦ ਸਾਡਾ ਨੈਕਸਟ ਪੁਆਇੰਟ ਰਹਿੰਦਾ ਹੈ ਸਮਾਜਿਕ ਜੀਵਨ ਦੇ ਵਿੱਚ, ਉਹ ਹੈ ਮ੍ਰਿਤਕਾਂ ਦਾ ਸੰਸਕਾਰ। ਤਾਂ ਇਹ ਕੀ ਕਹਿੰਦੇ ਆ ਕਿ ਵਿਭਿੰਨ ਥਾਵਾਂ ਤੋਂ ਮਿਲੇ ਅਵਸ਼ੇਸ਼ਾਂ ਤੋਂ ਇਹ ਗਿਆਨ ਹੁੰਦਾ ਹੈ ਕਿ ਉਹਨਾਂ ਵਿੱਚ ਮ੍ਰਿਤਕਾਂ ਨੂੰ ਜਲਾਉਣ, ਦਫਨਾਉਣ ਅਤੇ ਖੁੱਲ੍ਹੀ ਹਵਾ ਵਿੱਚ ਪਸ਼ੂ ਪੰਛੀਆਂ ਦੇ ਖਾਣ ਪੀਣ ਲਈ ਖੁੱਲ੍ਹਾ ਛੱਡਣਾ ਆਦਿ ਵਾਂਗ 3 ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਸਨ। ਟੋਟਲ 3 ਤਰ੍ਹਾਂ ਦੇ ਤਰੀਕੇ ਸੀ, ਮਤਲਬ ਦਫਨਾਉਣਾ, ਜਲਾਉਣਾ ਅਤੇ ਖੁੱਲ੍ਹੀ ਹਵਾ 'ਚ ਛੱਡ ਦੇਣਾ। ਅਤੇ ਕਹਿੰਦੇ ਕਬਰਾਂ ਵਿੱਚ ਅਸਥੀ ਪਿੰਜਰਾਂ ਦੇ ਨਾਲ ਕੁਝ ਭਾਂਡੇ ਵੀ ਮਿਲਦੇ ਹਨ। ਬੱਚਿਆਂ ਦੇ ਮ੍ਰਿਤਕ ਸਰੀਰ ਨੂੰ ਭਾਂਡੇ ਵਿੱਚ ਠੂਸ ਕੇ, ਬੱਚਿਆਂ ਦਾ ਜਿਹੜਾ ਮ੍ਰਿਤਕ ਸਰੀਰ ਆ ਉਸਨੂੰ ਭਾਂਡੇ ਵਿੱਚ ਠੂਸ ਕੇ ਮਿੱਟੀ ਵਿੱਚ ਦਫਨਾਇਆ ਜਾਂਦਾ ਸੀਗਾ। ਠੀਕ ਹੈ ਜੀ। ਇਸ ਤਰ੍ਹਾਂ ਨਾਲ ਇਹ ਵਿਧੀ ਕਰਦੇ ਸੀ, ਮ੍ਰਿਤਕ ਸੰਸਕਾਰ ਹੁੰਦਾ ਸੀ ਇਹਨਾਂ ਦਾ। ਉਸ ਤੋਂ ਬਾਅਦ ਕਹਿੰਦੇ ਧਾਰਮਿਕ ਜੀਵਨ। ਤਾਂ ਕਹਿੰਦੇ ਮੋਹਨਜੋਦਾੜੋ ਅਤੇ ਹੜੱਪਾ ਤੋਂ ਮਿਲੇ ਮੂਰਤੀਆਂ ਅਤੇ ਮੋਹਰਾਂ ਦੇ ਆਧਾਰ 'ਤੇ ਅਸੀਂ ਸਿੰਧੂ ਘਾਟੀ ਦੇ ਲੋਕਾਂ ਬਾਰੇ ਜਾਣ ਸਕਦੇ ਹਾਂ। ਉਹਨਾਂ ਕੋਲ ਕੋਈ ਵੀ ਮੰਦਰ ਜਾਂ ਪੂਜਾ ਸਮੱਗਰੀ ਨਹੀਂ ਸੀ। ਮੰਦਰ ਜਾਂ ਪੂਜਾ ਸਮੱਗਰੀ ਪ੍ਰਾਪਤ ਨਹੀਂ ਹੋਈ ਹੈ। ਇੱਕ ਵਿਸ਼ਾਲ ਇਸ਼ਨਾਨ ਘਰ ਹੋਣ ਦਾ ਸੰਕੇਤ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਉਹ ਲੋਕ ਕਿਸੇ ਖਾਸ ਧਾਰਮਿਕ ਮਹੱਤਵ ਦਿੰਦੇ ਹਨ। ਉਹ ਮਾਤਾ ਦੇਵੀ, ਪਸ਼ੂਪਤੀ ਨਾਥ, ਪੈੜਾ ਅਤੇ ਜਿਹੜਾ ਹੈ ਪੇੜਾਂ, ਪੌਦਿਆਂ, ਨਾਗ ਅਤੇ ਪਸ਼ੂਆਂ ਆਦਿ ਦੀ ਪੂਜਾ ਵੀ ਕਰਦੇ ਸਨ। ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਉਂਦਾ ਮਾਤਾ ਦੇਵੀ ਦੀ ਪੂਜਾ। ਨੈਕਸਟ ਪੁਆਇੰਟ ਜੋ ਕੀ ਹੈ ਉਹ ਰਹਿੰਦਾ ਮਾਤਾ ਦੇਵੀ ਦੀ ਪੂਜਾ। ਕਹਿੰਦੇ ਮੋਹਨਜੋਦਾੜੋ ਅਤੇ ਹੜੱਪਾ ਤੋਂ ਮਾਤਾ ਦੇਵੀ ਜਾਂ ਸ਼ਕਤੀ ਦੇਵੀ ਜਾਂ ਧਰਤੀ ਦੇਵੀ ਦੀ ਕਈ ਮਿੱਟੀ ਦੀਆਂ ਮੂਰਤੀਆਂ ਅਤੇ ਜਿਹੜਾ ਹੈ ਮਿਲੀਆਂ ਹਨ। ਠੀਕ ਹੈ। ਕਹਿੰਦੇ ਜੋ ਕਿ ਕਈ ਤਰ੍ਹਾਂ ਦੇ ਗਹਿਣਿਆਂ ਅਤੇ ਕੱਪੜਿਆਂ ਨਾਲ ਸਜਾਈ ਗਈ ਹੈ। ਹੋਰ ਲਘੂ ਮਿਰਰ ਮੂਰਤੀਆਂ ਵਿੱਚ ਇੱਕ ਔਰਤ ਦੇ ਗਰਭ ਵਿੱਚ ਇੱਕ ਪੌਦਾ ਨਿਕਲਦਾ ਹੋਇਆ ਵਿਖਾਈ ਦਿੰਦਾ ਹੈ। ਸਿੰਧੂ ਲੋਕ ਇਸ ਨੂੰ ਕਹਿੰਦੇ ਜਨਨ ਸ਼ਕਤੀ ਦਾ ਮਾਧਿਅਮ ਅਤੇ ਦੇਵੀ ਦੇ ਰੂਪ ਵਿੱਚ ਉਪਜ ਦਾ ਮਾਧਿਅਮ ਮੰਨਦੇ ਸਨ। ਤਾਂ ਮਾਤਾ ਦੇਵੀ ਦੀ ਪੂਜਾ ਜਿਹੜੇ ਸੀ ਇਹ ਕਰਦੇ ਸੀ। ਠੀਕ ਹੈ। ਹਾਂਜੀ। ਇਸ ਵਾਰ ਜਿਹੜਾ ਨੈਕਸਟ ਹੈ ਉਹ ਹੈ ਪਸ਼ੂਪਤੀ ਨਾਥ ਦੀ ਪੂਜਾ। ਠੀਕ ਹੈ। ਤਾਂ ਪਸ਼ੂਪਤੀ ਨਾਥ ਦੀ ਪੂਜਾ ਕਹਿੰਦੇ ਸਿੰਧੂ ਲੋਕ ਜਿਹੜੇ ਸਨ ਉਹ ਸਿੰਧੂ ਲੋਕਾਂ ਦਾ ਦੂਜਾ ਖਾਸ ਪੁਰਖ ਦੇਵਤਾ ਕੌਣ ਸੀ? ਪਸ਼ੂਪਤੀ ਨਾਥ, ਜਿਸ ਨੂੰ ਕਈ ਕਹਿੰਦੇ ਨੇ ਕਈ ਸਿਲਾ ਅਤੇ ਮੋਹਰਾਂ ਵਿੱਚ
ਪਦਮਾਸਨ ਦੀ ਮੁਦਰਾ ਵਿੱਚ ਬੈਠੇ ਹਨ। ਇਹਨਾਂ ਦੇ 3 ਮੁੱਖ ਹਨ, ਠੀਕ ਹੈ। ਕਹਿੰਦੇ ਅਤੇ ਹਾਥੀ, ਚੀਤੇ, ਗੈਂਡੇ ਅਤੇ ਹਿਰਨ ਆਦਿ ਪਸ਼ੂ ਜਿਹੜੇ ਨੇ ਚਾਰੇ ਪਾਸੇ ਖਲੋਤੇ ਹਨ। ਇਸ ਦੇ ਸਿਰਾਂ 'ਤੇ ਤਰਸ਼ੂਲ ਵਾਂਗੂ 2 ਸਿੰਗ ਹਨ। ਇਤਿਹਾਸਕਾਰ ਇਸ ਨੂੰ ਪਸ਼ੂਪਤੀਨਾਥ ਅਤੇ ਸ਼ਿਵ ਦਾ ਹੀ ਰੂਪ ਮੰਨਦੇ ਹਨ। ਇਸ ਦੇ ਇਲਾਵਾ ਮੋਹਨਜੋਦਾੜੋ ਅਤੇ ਹੜੱਪਾ ਤੋਂ ਪ੍ਰਾਪਤ ਪੱਥਰ ਦੀ ਬਣੀ ਲਿੰਗ ਅਤੇ ਯੋਨੀ ਤੋਂ ਪਤਾ ਚੱਲਦਾ ਹੈ ਕਿ ਸਿੰਧੂ ਲੋਕ ਲਿੰਗ ਅਤੇ ਯੋਨੀ ਦੇ ਚਿੰਨ੍ਹ ਦੇ ਰੂਪ ਵਿੱਚ ਸ਼ਿਵ ਅਤੇ ਪਾਰਵਤੀ ਦੀ ਪੂਜਾ ਕਰਦੇ ਸਨ, ਠੀਕ ਹੈ। ਤਾਂ ਸਭ ਤੋਂ ਇੰਪੋਰਟੈਂਟ ਫੈਕਟ ਕੀ ਨਿਕਲੇਗਾ ਆਪਣਾ ਕਿ ਜੋ ਹੜੱਪਾ ਅਤੇ ਮੋਹਨਜੋਦਾੜੋ ਤੋਂ ਪੱਥਰ ਦੀਆਂ ਬਣੀਆਂ ਲਿੰਗ ਅਤੇ ਯੋਨੀ ਤੋਂ ਪਤਾ ਚੱਲਦਾ, ਜੋ ਪ੍ਰਾਪਤ ਹੋਈਆਂ ਨੇ ਪੱਥਰ ਦੀ ਬਣੀ ਲਿੰਗ ਅਤੇ ਯੋਨੀ ਤੋਂ ਪਤਾ ਚੱਲਦਾ ਹੈ ਕਿ ਜਿਹੜੇ ਸਿੰਧੂ ਘਾਟੀ ਦੇ ਲੋਕ ਸਨ ਉਹ ਸ਼ਿਵ ਜਿਹੜਾ ਲਿੰਗ ਅਤੇ ਯੋਨੀ ਹੈ ਉਹ ਚਿੰਨ੍ਹ ਦੇ ਰੂਪ ਵਿੱਚ ਸ਼ਿਵ ਅਤੇ ਪਾਰਵਤੀ ਦੀ ਪੂਜਾ ਕਰਦੇ ਸਨ, ਠੀਕ ਹੈ ਜੀ। ਫਿਰ ਹੁਣ ਸਾਡਾ ਨੈਕਸਟ ਪੁਆਇੰਟ ਆਉਂਦਾ ਹੈ ਪਸ਼ੂ ਪਕਸ਼ੀਆਂ ਅਤੇ ਪੇੜਾਂ ਦੀ ਪੂਜਾ। ਤੁਹਾਨੂੰ ਪਤਾ ਹੈ ਵੀ ਇਹ ਜਿਹੜੇ ਸੀਗੇ ਸਿੰਧੂ ਲੋਕ ਜ਼ਿਆਦਾਤਰ ਪਿੱਪਲ, ਪੇੜ ਦੀ ਆਤਮਾ, ਪਸ਼ੂ ਪਕਸ਼ੀ ਆਦਿ ਜਿਵੇਂ ਕਿ ਸੱਪ, ਬੈਲ, ਬਾਘ ਆਦਿ ਦੀ ਪੂਜਾ ਕਰਦੇ ਸਨ। ਸਿੰਧੂ ਘਾਟੀ ਦੇ ਲੋਕ ਇਸ਼ਨਾਨ ਨੂੰ ਧਾਰਮਿਕ ਮਹੱਤਵ ਦਿੰਦੇ ਸਨ। ਹਰ ਇੱਕ ਮਕਾਨ ਵਿੱਚ ਇਸ਼ਨਾਨ ਅਤੇ ਮੋਹਨਜੋਦਾੜੋ ਵਿੱਚ ਇੱਕ ਵੱਡੇ ਸਨਾਨਘਰ ਦਾ ਮਿਲਣਾ ਕਹਿੰਦੇ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ। ਤਾਂ ਪਸ਼ੂ ਪਕਸ਼ੀਆਂ ਅਤੇ ਪੇੜਾਂ ਅਤੇ ਪੱਤਿਆਂ ਦੀ ਕੀ ਪੂਜਾ ਕਰਦੇ ਸਨ, ਠੀਕ ਹੈ ਜੀ। ਸਾਡਾ ਨੈਕਸਟ ਪੁਆਇੰਟ ਆਉਂਦਾ ਹੈ ਹੋਰ ਵਿਸ਼ਵਾਸ ਜਾਂ ਜਾਦੂ ਟੋਨਾ। ਹਾਂਜੀ, ਸੋ ਸਾਡਾ ਨੈਕਸਟ ਪੁਆਇੰਟ ਹੈ ਹੋਰ ਵਿਸ਼ਵਾਸ ਜਾਂ ਜਾਦੂ ਟੋਨੇ ਵਿੱਚ ਵਿਸ਼ਵਾਸ। ਕਹਿੰਦੇ ਸਿੰਧੂ ਨਿਵਾਸੀ ਜਿਹੜੇ ਸੀ ਵੱਡੇ ਅੰਧ ਵਿਸ਼ਵਾਸੀ ਸਨ ਅਤੇ ਜਾਦੂ ਟੋਨੇ ਵਿੱਚ ਯਕੀਨ ਰੱਖਦੇ ਸਨ। ਉਹ ਭੂਤਾਂ ਪ੍ਰੇਤਾਂ ਤੋਂ ਡਰਦੇ ਸਨ। ਉਹ ਆਪਣੀ ਰੱਖਿਆ ਲਈ ਤਾਬੀਜ਼ ਬੰਨ੍ਹਦੇ ਸਨ, ਠੀਕ ਹੈ ਜੀ। ਇਸ ਤੋਂ ਬਾਅਦ ਸਾਡੇ ਕੋਲ ਹੁਣ ਸਟਾਰਟ ਹੋਣ ਲੱਗਾ ਸਿੰਧੂ ਘਾਟੀ ਸੱਭਿਅਤਾ ਦਾ ਆਰਥਿਕ ਜੀਵਨ। ਤਾਂ ਕਹਿੰਦੇ ਖੇਤੀਬਾੜੀ ਅਤੇ ਪਸ਼ੂ ਪਾਲਣ ਇਹ ਫਸਟ ਪੁਆਇੰਟ ਹੈ। ਕਹਿੰਦੇ ਸਿੰਧੂ ਘਾਟੀ ਲੋਕ ਜਿਹੜੇ ਸੀਗੇ ਆਰਥਿਕ ਜੀਵਨ ਦੀ ਆਧਾਰਸ਼ਿਲਾ ਖੇਤੀਬਾੜੀ ਕਰਨਾ, ਪਸ਼ੂ ਪਾਲਣਾ ਆਦਿ ਸੀ, ਠੀਕ ਹੈ। ਉਹ ਗੇਹੂੰ, ਜੌਂ, ਕਪਾਹ, ਦਾਲਾਂ, ਖਜੂਰ, ਨਿੰਬੂ ਅਤੇ ਨਾਰੀਅਲ ਦੀ ਖੇਤੀ ਕਰਦੇ ਸਨ। ਕੁਝ ਖਿਡੌਣੇ ਨਾਰੀਅਲ ਦੇ ਆਕਾਰ ਵਿੱਚ ਵੀ ਮਿਲੇ ਹਨ, ਠੀਕ ਹੈ। ਇੱਕ ਲੌਕੇਟ ਨਿੰਬੂ ਦੇ ਪੱਤੇ ਦੇ ਢਾਂਚੇ ਦਾ ਮਿਲਿਆ ਹੈ। ਉਹ ਲੋਕੀ ਤਿਲ ਅਤੇ ਸਰਸੋਂ ਦੇ ਤੇਲ ਦੀ ਵਰਤੋਂ ਕਰਦੇ ਸਨ। ਕਿਸਾਨ ਜ਼ਿਆਦਾਤਰ ਸਿੰਚਾਈ ਲਈ ਮੀਂਹ ਦੇ ਪਾਣੀ 'ਤੇ ਨਿਰਭਰ ਸਨ। ਨਹਿਰਾਂ ਦੁਆਰਾ ਸਿੰਚਾਈ ਕਰਨ ਦਾ ਕੋਈ ਸਬੂਤ ਨਹੀਂ ਮਿਲਿਆ। ਹਾਥੀ ਅਤੇ ਘੋੜੇ ਹੋਣ ਦਾ ਪਤਾ ਵੀ ਚੱਲਿਆ। ਬਹੁਤ ਇੰਪੋਰਟੈਂਟ ਫੈਕਟ ਸਟਾਰਟ ਹੁੰਦਾ ਲੋਥਲ ਤੋਂ ਵੀ ਘੋੜੇ ਦੀ ਮਿੱਟੀ ਦੀ ਇੱਕ ਮੂਰਤੀ ਮਿਲੀ ਹੈ, ਪਰੰਤੂ ਘੋੜੇ ਦੇ ਬਹੁਤ ਘੱਟ ਵਰਤੋਂ ਹੁੰਦੀ ਸੀ, ਠੀਕ ਹੈ ਜੀ। ਕਿੱਥੋਂ ਪ੍ਰਾਪਤ ਹੋਈ ਹੈ? ਲੋਥਲ ਤੋਂ। ਨੈਕਸਟ ਸਾਡਾ ਪੁਆਇੰਟ ਆਉਂਦਾ ਹੈ ਆਰਥਿਕ ਜੀਵਨ ਦੇ ਵਿੱਚ ਹੀ, ਉਹ ਹੈ ਹੋਰ ਵਪਾਰ। ਤਾਂ ਹੋਰ ਵਪਾਰ 'ਚ ਕੀ ਹੈ ਕਿ ਜਿਹੜੇ ਸਿੰਧੂ ਘਾਟੀ ਦੇ ਲੋਕ ਸਨ ਉਹ ਹੋਰ ਮੁੱਖ ਜਿਹੜਾ ਹੈ ਉਹਨਾਂ ਦੇ ਹੋਰ ਵੀ ਕਿੱਤੇ ਸੀ, ਹੋਰ ਵੀ ਵਪਾਰ ਸਨ, ਜਿਵੇਂ ਕਿ ਪੱਕੀਆਂ ਇੱਟਾਂ ਅਤੇ ਭਾਂਡੇ ਬਣਾਉਣ ਵਾਲੇ ਘੁਮਿਆਰ, ਸੁਨਿਆਰ, ਜਿਵੇਂ ਕਿ ਨੱਚਣ ਵਾਲੇ ਜਾਂ ਮੂਰਤੀਕਾਰ, ਬੜਈ, ਜੁਲਾਹੇ, ਲੁਹਾਰ ਆਦਿ। ਕਹਿੰਦੇ ਮਿੱਟੀਆਂ ਦੇ ਭਾਂਡੇ ਅਤੇ ਇੱਕ ਸੁੰਦਰ ਪਸ਼ੂ ਪਕਸ਼ੀ, ਬੈਲ, ਬੂਟੇ ਅਤੇ ਜਿਹੜਾ ਜਿਆਮਤੀ ਦੇ ਡਿਜ਼ਾਈਨ ਮਿਲੇ ਹਨ। ਇਸ ਤੋਂ ਇਲਾਵਾ ਖਿਡੌਣੇ, ਤਾਂਬੇ ਅਤੇ ਕਾਂਸੇ ਦੀ ਵਸਤੂਆਂ ਅਤੇ ਔਜ਼ਾਰ ਬਣਾਉਣ ਵਾਲੇ ਕਾਰੀਗਰ ਵੀ ਹੁੰਦੇ ਸਨ। ਉਹ ਪੱਥਰਾਂ ਦੀ ਫਲਕਾਂ ਅਤੇ ਮਣਕਾਂ ਦਾ ਉਤਪਾਦਨ ਕਰਦੇ ਸਨ। ਮਿੱਟੀ ਦੇ ਭਾਂਡੇ ਬਣਾਉਣ ਵਿੱਚ ਖਾਸ ਜਿਹੜੀ ਹੈ ਮਹਾਰਤ ਹਾਸਿਲ ਸੀ। ਕੱਚ ਦਾ ਲੇਪ ਲਾ ਕੇ ਇਹਨਾਂ ਨੂੰ ਚਮਕੀਲਾ ਬਣਾਇਆ ਜਾਂਦਾ ਸੀ। ਪਰੰਤੂ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਸਿੰਧੂ ਲੋਕ ਲੋਹੇ ਦੀ ਧਾਤੂ ਤੋਂ ਪਰਿਚਿਤ ਨਹੀਂ ਸਨ। ਸਿੰਧੂ ਸੱਭਿਅਤਾ ਕਾਂਸੇ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਹਨੂੰ ਕਾਂਸੀ ਯੁਗੀਨ ਸੱਭਿਅਤਾ ਵੀ ਕਹਿੰਦੇ ਨੇ, ਇਹ ਤੁਹਾਨੂੰ ਪਤਾ ਹੋਣਾ ਹੈ, ਠੀਕ ਹੈ ਜੀ। ਨੈਕਸਟ ਪੁਆਇੰਟ ਸਾਡਾ ਆਉਂਦਾ ਹੈ ਵਪਾਰ ਅਤੇ ਹੋਰ ਧੰਦੇ। ਕਹਿੰਦੇ ਕਿ ਸਿੰਧੂ ਲੋਕ ਵਿੱਚ ਲੋਕ ਜਿਹੜੇ ਹਨ ਉਹ ਵਪਾਰੀਆਂ ਦਾ ਇੱਕ ਉੱਨਤ ਸਮੂਹ ਸੀ ਜੋ ਦੇਸ਼ ਵਿਦੇਸ਼ ਵਿੱਚ ਜਾ ਕੇ ਵਪਾਰ ਕਰਦਾ ਸੀ। ਉਹ ਮਿਸਰ ਜਿਹੜਾ ਹੈ, ਸੁਮੇਰੀਆ, ਮੈਸੋਪੋਟਾਮੀਆ ਅਤੇ ਮੱਧ ਏਸ਼ੀਆ ਦੇ ਅਨੇਕ ਦੇਸ਼ਾਂ ਨੂੰ ਸੂਤੀ ਕੱਪੜਾ, ਮੋਤੀ, ਹਾਥੀ ਦੰਦ ਅਤੇ ਇਹਨਾਂ ਦੀ ਬਣੀ ਹੋਈ ਵਸਤੂਆਂ ਜਿਹੜਾ ਹੈ ਲੰਗੂਰਬੰਦਰ, ਮੋਰ ਆਦਿ ਦਾ ਨਿਰਯਾਤ ਕਰਦੇ ਸਨ। ਉੱਥੋਂ ਸੋਨੇ ਚਾਂਦੀ ਆਯਾਤ ਵੀ ਕੀਤਾ ਜਾਂਦਾ ਸੀ। ਆਵਾਜਾਈ ਲਈ ਪਸ਼ੂ
ਪਸ਼ੂਆਂ ਅਤੇ ਬੇਲਗਾੜੀਆਂ ਅਤੇ ਛੋਟੀਆਂ-ਮੋਟੀਆਂ ਜਿਹੜੀਆਂ ਨੌਕਾਵਾਂ ਦੀ ਵਰਤੋਂ ਕੀਤੀ ਜਾਂਦੀ ਸੀ। ਲੋਥਲ ਗੁਜਰਾਤ ਵਿੱਚ ਇੱਕ ਵੱਡੀ ਬੰਦਰਗਾਹ ਦਾ ਗੋਦਾਮ ਸੀ। ਇੱਥੇ ਮਣਕੇ ਬਣਾਉਣ ਦਾ ਕਾਰਖਾਨਾ ਸੀ। ਕੁਐਸਚਨ ਆਉਂਦਾ ਹੁੰਦਾ ਹੈ ਕਿ ਮਣਕੇ ਬਣਾਉਣ ਦਾ ਕਾਰਖਾਨਾ ਕਿੱਥੇ ਹੈ। ਵੈਸੇ ਤਾਂ ਚਨਹੁੰਦੜੋ 'ਚ ਵੀ ਹੈ ਅਤੇ ਲੋਥਲ 'ਚ ਵੀ ਹੈ। ਲੋਕ ਜਿਹੜੇ ਸੀਗੇ ਉਹ ਰਾਜਪੂਤਾਨਾ ਤੋਂ ਤਾਂਬੇ ਅਤੇ ਗੁਜਰਾਤ ਦੇ ਸਮੁੰਦਰੀ ਤੱਟ ਤੋਂ ਸ਼ਿਪ, ਸ਼ੰਖ ਅਤੇ ਘੋੜੀਆਂ ਆਦਿ ਦਾ ਆਯਾਤ ਵੀ ਕਰਦੇ ਸਨ। ਵਪਾਰ ਅਤੇ ਆਵਾਜਾਈ ਲਈ ਉਹ ਨਾਵਾਂ, ਸਮੁੰਦਰੀ ਜਹਾਜ਼ਾਂ ਅਤੇ ਬੇਲਗਾੜੀਆਂ ਜਿਹੜੀਆਂ ਨੇ ਉਹ ਇੱਕੀਆਂ ਅਤੇ ਭਾਰ ਢੋਣ ਵਾਲੇ ਪਸ਼ੂਆਂ ਦੀ ਵਰਤੋਂ ਕਰਦੇ ਸਨ। ਤਾਂ ਇਸ ਤਰ੍ਹਾਂ ਇਹਨਾਂ ਦੇ ਵਪਾਰ ਹੁੰਦਾ ਸੀਗਾ। ਠੀਕ ਹੈ ਜੀ। ਨੈਕਸਟ ਪੁਆਇੰਟ ਸਾਡੇ ਕੋਲ ਆਉਂਦਾ ਬਾਟ ਅਤੇ ਪੈਮਾਨੇ, ਕਾਫੀ ਇੰਪੋਰਟੈਂਟ ਹੈ। ਕਹਿੰਦੇ ਸਿੰਧੂ ਘਾਟੀ ਦੇ ਲੋਕ ਜਿਹੜੇ ਸੀਗੇ ਨਾਪ ਤੋਲ ਦਾ ਜਿਹੜਾ ਮਾਨਕੀਕਰਨ ਬਹੁਤ ਹੀ ਮਹੱਤਵਪੂਰਨ ਸੀ। ਇਹਨਾਂ ਨੂੰ ਫੁੱਟ ਅਤੇ ਕਿਊਬਿਕ ਦਾ ਗਿਆਨ ਸੀ। ਕਿਸੇ ਵਸਤੂ ਨੂੰ ਤੋਲਣ ਲਈ ਉਹ ਬਾਟ ਅਤੇ ਤਰਾਜੂ ਦੀ ਵਰਤੋਂ ਕਰਦੇ ਸਨ। ਭਾਰੀ ਬਾਟਾਂ ਨੂੰ ਲੱਕੜੀ ਜਾਂ ਰੱਸੀ ਦੀ ਮਦਦ ਨਾਲ ਉਠਾਇਆ ਜਾਂਦਾ ਸੀ। ਉਹ ਛੋਟੇ ਬਾਟਾਂ ਦੀ ਵਰਤੋਂ ਕਰਦੇ ਸਨ। ਇਹ ਬਾਟ 1, 2, 4, 8, 16, 32 ਆਦਿ ਦੇ ਅਨੁਪਾਤ ਵਿੱਚ ਸਨ। ਕਹਿੰਦੇ ਵੱਡੀਆਂ ਬਾਟਾਂ ਦਾ ਅਨੁਪਾਤ ਜਿਹੜਾ ਹੈ ਦਸ਼ਮਲਵ ਪ੍ਰਣਾਲੀ ਰਾਹੀਂ ਹੁੰਦਾ ਸੀ। ਮੋਹਨਜੋਦਾੜੋ ਤੇ ਸਿੱਪੀ ਦੇ ਬਣੇ ਹੋਏ 1 ਫੁੱਟ ਰੂਲਰ ਦਾ ਪਤਾ ਵੀ ਲੱਗਿਆ ਹੈ। ਖੁਦਾਈ ਤੋਂ ਪ੍ਰਾਪਤ ਇਸ ਫੁੱਟ ਤੋਂ ਪਤਾ ਚੱਲਦਾ ਹੈ ਕਿ ਉਹ ਲੋਕ ਜਿਹੜੇ ਨੇ ਉਹ ਤੋਲ ਦੇ ਇਲਾਵਾ ਹੋਰ ਪੈਮਾਨਿਆਂ ਤੋਂ ਵੀ ਜਾਣੂ ਸੀਗੇ। ਠੀਕ ਹੈ। ਤਾਂ ਇਹ ਬਾਟ ਦੀ ਵਰਤੋਂ ਨਾਪ ਤੋਲ ਲਈ ਸਿੰਧੂ ਘਾਟੀ ਸੱਭਿਅਤਾ ਦੇ ਲੋਕ ਕਰਦੇ ਸਨ। ਇਸ ਤੋਂ ਬਾਅਦ ਸਿੰਧੂ ਘਾਟੀ ਲੋਕਾਂ ਦੇ ਜਿਹੜਾ ਰਾਜਨੀਤਿਕ ਜੀ ਗੱਲ ਕਰੀਏ ਪੁਆਇੰਟ ਦੀ, ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਰਾਜਨੀਤਿਕ ਵਿਵਸਥਾ ਜਿਹੜੀ ਸੀਗੀ ਉਹਦੇ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਹਜੇ ਨਹੀਂ ਪ੍ਰਾਪਤ ਹੁੰਦੀ, ਲੇਕਿਨ ਫਿਰ ਵੀ ਆਪਾਂ ਇਸ ਪੁਆਇੰਟ ਨੂੰ ਰੀਡ ਕਰਦੇ ਹਾਂ। ਕਹਿੰਦੇ ਸਿੰਧੂ ਲੋਕਾਂ ਦੀ ਰਾਜਨੀਤਿਕ ਵਿਵਸਥਾ ਜਾਣਨ ਵਾਸਤੇ ਨਾ ਕੋਈ ਅਭਿਲੇਖ ਅਤੇ ਨਾ ਕੋਈ ਸਾਹਿਤਕ ਸਮੱਗਰੀ ਉਪਲਬਧ ਹੈ। ਉਹਨਾਂ ਦੀ ਲਿਪੀ ਹਾਲੇ ਤੱਕ ਪੜ੍ਹੀ ਨਹੀਂ ਜਾ ਸਕਦੀ, ਸੋ ਇਤਿਹਾਸਕਾਰਾਂ ਨੇ ਇਸ ਸੰਬੰਧ ਵਿੱਚ ਸਿਰਫ ਕਲਪਨਾ ਦੇ ਘੋੜੇ ਦੌੜਾਏ ਹਨ। ਫਿਰ ਵੀ ਉਹਨਾਂ ਦੀ ਨਗਰ ਯੋਜਨਾ, ਕੋਈ ਵਿਸ਼ਾਲ ਨਗਰਾਂ ਦਾ ਮਿਲਣਾ, 300 ਤੋਂ ਜ਼ਿਆਦਾ ਸੱਭਿਅਤਾ ਕੇਂਦਰ ਦਾ ਮਿਲਣਾ, ਉੱਚ ਕੋਟੀ ਦਾ ਨਾਲੀ ਪ੍ਰਬੰਧ ਅਤੇ ਵਿਵਸਥਾ ਅਤੇ ਵਿਕਸਿਤ ਸੱਭਿਅਤਾ ਨੂੰ ਵੇਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਰਾਜਨੀਤਿਕ ਵਿਵਸਥਾ ਕਿਸੇ ਮਜ਼ਬੂਤ ਢਾਂਚੇ 'ਤੇ ਆਧਾਰਿਤ ਹੋਵੇਗੀ। ਸੋ ਨਗਰ ਯੋਜਨਾ ਇੱਕ ਕੁਸ਼ਲ ਨਗਰੀ ਪ੍ਰਬੰਧ ਵੱਲ ਇਸ਼ਾਰਾ ਕਰਦੀ ਹੈ, ਪਰੰਤੂ ਸ਼ਾਸਨ ਤੰਤਰ ਦਾ ਸਰੂਪ ਕਿਹੋ ਜਿਹਾ ਸੀ ਉਹ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਸੋ ਇਸ ਦੀ ਸੰਭਵ ਹੈ ਕਿ ਇੱਥੇ ਅਲਪਤੰਤਰ ਸੀ ਜਿਸ ਵਿੱਚ ਪੁਜਾਰੀ ਵਰਗ ਦੀ ਪ੍ਰਭੂਸੱਤਾ ਸੀ ਅਤੇ ਦੂਜਾ ਹਿੱਸਾ ਸਥਾਨਕ ਵਪਾਰੀਆਂ ਦਾ ਹੁੰਦਾ ਸੀ। ਠੀਕ ਹੈ ਜੀ। ਸੋ ਇਸ ਤਰ੍ਹਾਂ ਨਾਲ ਅਸੀਂ ਕੁੱਲ ਮਿਲਾ ਕੇ ਇਸ ਪੁਆਇੰਟ ਵਿੱਚ ਇਹ ਕਹਿ ਸਕਦੇ ਹਾਂ ਕਿ ਜੋ ਰਾਜਨੀਤਿਕ ਜੋ ਹੈ ਪੁਆਇੰਟ ਹੈ ਉਹ ਇਸ ਦੇ ਬਾਰੇ ਸਾਨੂੰ ਅਜੇ ਮਤਲਬ ਪ੍ਰੋਪਰ ਡਿਟੇਲ ਇਹਨਾਂ ਦੀ ਸਿੰਧੂ ਘਾਟੀ ਸੱਭਿਅਤਾ ਦੀ ਰਾਜਨੀਤਿਕ ਬਾਰੇ ਨਹੀਂ ਪਤਾ ਲੱਗਦਾ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਪੁਆਇੰਟ ਆਉਂਦਾ ਹੈ ਉਹ ਹੈ ਕਲਾ ਕੌਸ਼ਲ। ਕਲਾ ਕੌਸ਼ਲ ਜੋ ਹੈ ਕਹਿੰਦੇ ਸਿੰਧੂ ਘਾਟੀ ਸੱਭਿਅਤਾ ਵਿਭਿੰਨ ਕਲਾਵਾਂ ਵਿੱਚ ਸਿੰਧੂ ਘਾਟੀ ਦੇ ਲੋਕ ਨੇ ਅਸਾਤਿਤ ਵਿਕਾਸ ਕੀਤਾ। ਭਵਨ ਨਿਰਮਾਣ ਕਲਾ, ਪੱਕੀਆਂ ਇੱਟਾਂ, ਮਿੱਟੀ ਦੇ ਪੱਕੇ ਭਾਂਡੇ ਬਣਾਉਣੇ, ਮੂਰਤੀ ਕਲਾ, ਚਿੱਤਰ ਕਲਾ, ਖਿਡੌਣੇ ਅਤੇ ਮੋਹਰਾਂ ਬਣਾਉਣ ਦੀ ਕਲਾ ਵਿੱਚ ਸਿੰਧੂ ਘਾਟੀ ਦੇ ਲੋਕਾਂ ਨੂੰ ਜੋ ਹੈ ਮਹਾਰਤ ਸੀ। ਕਹਿੰਦੇ ਉਹਨਾਂ ਦੁਆਰਾ ਬਣਾਈ ਗਈ ਮੂਰਤੀਆਂ ਉੱਚ ਪੱਧਰ ਦੀਆਂ ਹੁੰਦੀਆਂ ਸਨ। ਠੀਕ ਹੈ ਜੀ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਇਸ ਤੋਂ ਬਾਅਦ ਨੈਕਸਟ ਪੁਆਇੰਟ ਆਉਂਦਾ ਹੈ ਸਾਡੇ ਕੋਲ ਮੂਰਤੀ ਕਲਾ ਕਿੱਦਾਂ ਦੀ ਸੀ। ਮੂਰਤੀ ਕਲਾ ਦੇ ਖੇਤਰ ਵਿੱਚ ਉਹਨਾਂ ਦਾ ਸਥਾਨ ਜਿਹੜਾ ਵਡਮੁੱਲਾ ਹੈ। ਨਾਚ ਕਰਦੀ ਹੋਈ ਲੜਕੀ ਦੀ ਕਾਂਸੇ ਦੀ ਮੂਰਤੀ ਅਤੇ ਦਾੜੀ ਵਾਲੇ ਬੰਦੇ ਦੀ ਮੂਰਤੀਆਂ ਇਸ ਸੰਬੰਧ ਵਿੱਚ ਵਰਣਨਯੋਗ ਹੈ ਕਿ ਚੌਂਕੜੀ ਮਾਰ ਕੇ ਬੈਠੇ ਇੱਕ ਆਕ੍ਰਿਤੀ ਜਿਹੜਾ ਹੈ ਪਸ਼ੂਆਂ ਅਤੇ ਮਹਾਦੇਵ ਨੇ ਨਟਰਾਜ ਦੇ ਰੂਪ ਵਿੱਚ ਬਣੀਆਂ ਮੂਰਤੀਆਂ ਵਾਂਗੂ ਹੀ ਹੈ। ਕਹਿੰਦੇ ਮੋਹਨਜੋਦੜੋ ਤੋਂ ਪ੍ਰਾਪਤ ਇੱਕ ਪੱਥਰ ਦੀ ਬਣੀ ਯੋਗੀ ਦੀ ਮੂਰਤੀ ਜਿਸ ਦੇ ਮੂੰਹ 'ਤੇ ਇੱਕ ਯੋਗ ਭਾਵ ਹੈ ਕਲਾ ਇੱਕ ਬਹੁਤ ਹੀ ਮਹੱਤਵਪੂਰਨ ਨਮੂਨਾ ਹੈ। ਕਹਿੰਦੇ ਇਹ ਮੂਰਤੀ ਇੱਕ ਵਿਸ਼ਾਲ ਦੁਸ਼ਾਲਾ ਪਹਿਨੇ ਹੋਏ ਹੈ ਜਿਸ ਉੱਪਰ ਪੰਖੁੜੀਆਂ ਵਾਲੇ ਫੁੱਲਾਂ ਦਾ ਨਮੂਨਾ ਵੀ ਹੈ। ਇਸ ਯੋਗ ਦੀ ਦਾੜੀ ਬਹੁਤ ਹੀ ਸੁੰਦਰ ਹੈ। ਇੱਕ ਪੁਰਸ਼ ਜਿਹੜਾ ਸੀ ਨਚਾਰ ਦੀ ਮੂਰਤੀ ਹੜੱਪਾ ਤੋਂ ਮਿਲੀ ਹੈ ਜੋ ਆਧੁਨਿਕ ਨਟਰਾਜ ਦਾ ਹੀ ਪ੍ਰਤੀਰੂਪ ਹੈ। ਇੱਧਰੋਂ ਕੁਐਸਚਨ ਬਣਦਾ ਵੀ ਨਟਰਾਜ ਦੀ ਮੂਰਤੀ ਜਿਹੜੀ ਕਿੱਥੋਂ ਪ੍ਰਾਪਤ ਹੁੰਦੀ ਹੈ, ਹੜੱਪਾ ਤੋਂ, ਅਤੇ ਡਾਂਸਿੰਗ ਗਰਲਸ ਦੀ ਕਿੱਥੋਂ ਪ੍ਰਾਪਤ ਹੁੰਦੀ ਹੈ, ਮੋਹਨਜੋਦੜੋ ਤੋਂ। ਠੀਕ ਹੈ। ਅਤੇ ਮੰਗੋਲੀਅਨ ਸਿਰ ਪੁਜਾਰੀ ਦੀ ਮੂਰਤੀ ਕਿੱਥੋਂ ਮਿਲਦੀ ਹੈ, ਮੋਹਨਜੋਦੜੋ ਤੋਂ। ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਕੀ ਕਹਿੰਦੇ ਵੀ ਪੱਕੀ ਇੱਟਾਂ ਤੋਂ ਬਣੀਆਂ ਵਸਤੂਆਂ ਅਤੇ ਮਾਨਵ ਦੀ ਮੂਰਤੀਆਂ ਵਿੱਚ ਕੁੱਬੜ, ਬੈਲ ਜਿਹੜਾ ਹੈ, ਮੱਝ, ਭੇਡ, ਕੁੱਤਾ, ਹਾਥੀ, ਗੈਂਡਾ ਅਤੇ ਮਾਨਵੀ ਸਿਰਾਂ ਵਾਲੇ ਪਸ਼ੂਆਂ ਦੀ ਕੁਝ ਮੂਰਤੀਆਂ, ਬੈਲਗਾੜੀਆਂ ਅਤੇ ਮਿੱਟੀ ਦੇ ਭਾਂਡੇ ਜਿਨ੍ਹਾਂ ਦੇ ਫੁੱਲ, ਪੱਤੀਆਂ, ਪਸ਼ੂ, ਪੰਛੀਆਂ ਅਤੇ ਜਿਹੜਾ ਜਿਆਮਤੀ ਡਿਜ਼ਾਈਨ ਕਲਾ ਦੇ ਸੁੰਦਰ ਨਮੂਨੇ ਬਣੇ ਹੋਏ ਸਨ। ਸੋਨਾ, ਚਾਂਦੀ, ਤਾਂਬਾ
ਆਦਿ ਦੀ ਬਣੀਆਂ ਅੰਗੂਠੀਆਂ, ਚੂੜੀਆਂ ਅਤੇ ਹੋਰ ਗਹਿਣੇ ਵੀ ਸ਼ਾਮਿਲ ਹਨ। ਠੀਕ ਹੈ ਜੀ। ਤਾਂ ਇਹ ਮੋਤੀ ਕਲਾ ਦੇ ਵਿੱਚ ਤਾਂ ਕਾਫੀ ਅੱਛੇ ਸੀਗੇ। ਸੋ ਇਸ ਤੋਂ ਬਾਅਦ ਨੈਕਸਟ, ਠੀਕ ਹੈ ਜੀ, ਇਸ ਤੋਂ ਬਾਅਦ ਨੈਕਸਟ ਟੋਪਿਕ ਜਿਹੜਾ ਹੈ ਨੈਕਸਟ ਟੋਪਿਕ ਹੈ ਰਿਹਾ ਸਿੰਧੂ ਘਾਟੀ ਸੱਭਿਅਤਾ ਦੇ ਆਪਾਂ MCQs ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਨੀਅਰ ਅਬਾਊਟ 50 ਕੁਐਸਚਨਸ ਜੋ ਹੈ ਉਹ ਪ੍ਰੈਕਟਿਸ ਕਰਵਾਈ ਜਾਏਗੀ। ਸੋ ਆਈ ਹੋਪ ਕਿ ਤੁਹਾਨੂੰ ਇਹਨਾਂ ਸਮਝ ਆ ਗਿਆ ਹੋਏਗਾ। ਆਪਾਂ ਸਿੰਧੂ ਘਾਟੀ ਸੱਭਿਅਤਾ ਦਾ ਸਮਾਜਿਕ ਜੀਵਨ, ਆਰਥਿਕ ਜੀਵਨ, ਧਾਰਮਿਕ ਜੀਵਨ ਅਤੇ ਇਸ ਤੋਂ ਇਲਾਵਾ ਰਾਜਨੀਤਿਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਏਗਾ। ਸੋ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਵੈਰੀ ਮਚ।